ਆਸਾ ਤਨ ਰੈਣੀ ਮਨ ਪੁਨ ਰਪ ਕਰਹੁ ਪਾਚੋ ਤਤ ਬਰਾਤੀ। ਰਾਮ ਰਾਏ ਸਿਉ ਭਾਵਰ ਲੈਹੋ ਆਤਮ ਤਿਹ ਰੰਗ ਰਾਤੀ। ਗਾਓ ਗਾਓ ਰੀ ਦੁਲਹਨ ਮੰਗਲ ਚਾਰਾ ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 482। ਭਗਤਾਂ ਕੀ ਬਾਣੀ ਦੇ ਅੰਤਰਗਤ ਆਸਾ ਰਾਗ ਦੇ ਵਿੱਚ ਸ੍ਰੀ ਕਬੀਰ ਜੀਓ ਕਾ 24ਵਾਂ ਬਚਨ। ਇਸ ਬਚਨ ਦੇ ਵਿੱਚ ਕਬੀਰ ਪਾਤਸ਼ਾਹ ਵਿਆਹ ਵਾਲੇ ਬਿੰਬਾਂ ਦੀ ਵਰਤੋਂ ਕਰਦਿਆਂ ਆਤਮਾ ਦੇ ਉਸ ਪਰਮਾਤਮਾ ਦੇ ਨਾਲ ਮਹਾਂ ਆਨੰਦ ਕਾਰਜ ਦੀ ਗੱਲ ਕਰਦੇ ਹਨ। ਜਿਵੇਂ ਆਪਾਂ ਜਾਣਦੇ ਹਾਂ ਕਿ ਪੁਰਾਤਨ ਸਮਿਆਂ ਦੇ ਵਿੱਚ ਵੀ ਆਮ ਤੌਰ 'ਤੇ ਸਾਡੇ ਘਰਾਂ ਦੇ ਵਿੱਚ ਵਿਆਹ ਦੀ ਗੱਲ ਸ਼ੁਰੂ ਹੁੰਦਿਆਂ ਹੀ ਕੱਪੜਿਆਂ ਦੀ ਸਿਲਾਈ ਔਰ ਰੰਗਾਈ ਦਾ ਕਾਰਜ ਸ਼ੁਰੂ ਹੋ ਜਾਂਦਾ ਸੀ। ਸੋ ਇੱਥੇ ਵੀ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ, ਕਹਿੰਦੇ ਤਾਨ ਰੈਣੀ ਮਨ ਪੁਨ ਰਪ ਕਰਹੁ ਪਾਂਚੋ ਤਤ ਬਰਾਤੀ। ਰਾਮ ਰਾਏ ਸਿਉ ਭਾਵਰ ਲੈਹੋ ਆਤਮ ਤਿਹ ਰੰਗ ਰਾਤੀ। ਤਨ ਰੈਣੀ ਮਨ ਪੁਨ ਰਪ ਕਰਹੁ। ਰੈਣੀ ਕਹਿੰਦੇ ਨੇ ਮਿੱਟੀ ਦੇ ਵੱਡੇ ਸਾਰੇ ਭਾਂਡੇ ਨੂੰ। ਇੱਕ ਬਹੁਤ ਵੱਡਾ ਘੜਾ ਹੁੰਦਾ ਜਿਹਨੂੰ ਰੈਣੀ ਅਰਥਾਤ ਮੱਟ ਜਾਂ ਮੱਟੀ ਕਹਿੰਦੇ ਨੇ, ਜਿਹਦੇ 'ਚ ਲਲਾਰੀ ਲੋਕ ਕੱਪੜੇ ਰੰਗਿਆ ਕਰਦੇ ਸਨ। ਮਹਾਰਾਜ ਕਹਿੰਦੇ ਤਨ ਰੈਣੀ ਮਨ ਪੁਨ ਰਪ ਕਰਹੁ। ਕੇਵਲ ਤੇ ਕੇਵਲ ਇਹੀ ਬਚਨ ਹੈ ਜਿਹਦੇ ਵਿੱਚ ਪੁਨ ਔਰ ਰਪ ਵੱਖੋ ਵੱਖਰਾ ਹੁੰਦਾ ਹੈ, ਨਹੀਂ ਤਾਂ ਬਾਕੀ ਸਾਰੇ ਸਾਈਂ ਮਹਾਰਾਜ ਦੇ ਸਰੂਪ ਦੇ ਵਿੱਚ ਪੁਨਰਪ ਸ਼ਬਦ ਇਕੱਠਾ ਹੀ ਆਉਂਦਾ ਹੈ, ਜਿਸ ਦਾ ਅਰਥ ਹੁੰਦਾ ਫੇਰ ਦੁਬਾਰਾ ਦੁਬਾਰਾ। ਸੋ ਇੱਥੇ ਪੁਨ ਤੋਂ ਭਾਵ ਪੁਨਾ ਭਾਵ ਦੁਬਾਰਾ ਤੇ ਰਪ ਤੋਂ ਭਾਵ ਰੰਗਣਾ ਹੈ। ਮਹਾਰਾਜ ਕਹਿੰਦੇ ਤਨ ਰੈਣੀ ਮਨ ਪੁਨ ਰਪ ਕਰਹੁ ਪਾਂਚੋ ਤਤ ਬਰਾਤੀ। ਤਨ ਰੈਣੀ ਅਰਥਾਤ ਕਿ ਆਪਣੀ ਆਤਮਾ ਦੇ ਪਰਮਾਤਮਾ ਨਾਲ ਵਿਆਹ ਕਾਰਜ ਦੇ ਲਈ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਮਨ ਰੂਪੀ ਕੱਪੜੇ ਨੂੰ ਰੰਗਣ ਦੇ ਲਈ ਆਪਣੇ ਤਨ ਨੂੰ ਰੈਣੀ ਅਰਥਾਤ ਮੱਟੀ ਬਣਾਉਣਾ ਕੀਤਾ ਪਾਤਸ਼ਾਹ ਕਹਿੰਦੇ। ਅਤੇ ਕਹਿੰਦੇ ਮਨ ਪੁਨ ਰਪ ਕਰਹੁ ਅਰਥਾਤ ਕਿ ਫਿਰ ਆਪਣੇ ਮਨ ਰੂਪੀ ਕੱਪੜੇ ਨੂੰ ਇਸ ਸਰੀਰ ਰੂਪੀ ਮੱਟ ਦੇ ਵਿੱਚ ਰੰਗਣਾ ਕਰਦਾ ਹਾਂ। ਅਤੇ ਪਾਤਸ਼ਾਹ ਕਹਿੰਦੇ ਪੰਜ ਤੱਤ ਬਰਾਤੀ ਅਰਥਾਤ ਕਿ ਪ੍ਰਕਿਰਤੀ ਦੇ ਪੰਜ ਜਿਹੜੇ ਮੌਲਿਕ ਤੱਤ ਨੇ ਨਾ, ਹਵਾ ਪਾਣੀ ਅੱਗ ਮਿੱਟੀ ਤੇ ਆਕਾਸ਼, ਮੇਰੇ ਇਸ ਮਹਾਨੰਦ ਕਾਰਜ ਦੇ ਵਿੱਚ ਬਰਾਤੀ ਬਣ ਕੇ ਆਏ ਨੇ ਭਾਈ। ਭਾਵ ਕਿ ਪੰਜਾਂ ਤੱਤਾਂ ਦੇ ਦੈਵੀ ਸੁਭਾਅ ਨੂੰ ਗ੍ਰਹਿਣ ਕਰਨਾ ਹੀ ਅਸਲ ਦੇ ਵਿੱਚ ਉਸ ਵਾਹਿਗੁਰੂ ਰੂਪੀ ਲਾੜੇ ਦੇ ਨਾਲ ਬਰਾਤ ਦਾ ਆਉਣਾ ਹੈ। ਪੰਜਾਂ ਤੱਤਾਂ ਦੇ ਦੈਵੀ ਸੁਭਾਅ ਕਿਹੜੇ ਨੇ? ਆਕਾਸ਼ ਦਾ ਗੁਣ ਹੈ ਨਿਰਲੇਪਤਾ ਦਾ, ਧਰਤੀ ਦਾ ਗਰੀਬੀ ਦਾ, ਪਾਣੀ ਦਾ ਸੀਤਲਤਾ ਦਾ, ਹਵਾ ਦਾ ਸਮਰੂਪਤਾ ਦਾ, ਅੱਗ ਦਾ ਪਵਿੱਤਰਤਾ ਦਾ। ਸੋ ਇਹਨਾਂ ਗੁਣਾਂ ਨੂੰ ਗ੍ਰਹਿਣ ਕਰਨਾ ਹੀ ਅਸਲ ਦੇ ਵਿੱਚ ਇਸ ਮਹਾਕਾਰਜ ਦੇ ਵਿੱਚ ਬਰਾਤ ਦਾ ਆਉਣਾ ਹੈ ਭਾਈ ਉਸ ਲਾੜੇ ਦੇ ਨਾਲ। ਮਹਾਰਾਜ ਕਹਿੰਦੇ ਤਨ ਰੈਣੀ ਮਨ ਪੁਨ ਰਪ ਕਰਹੁ ਪਾਂਚੋ ਤਤ ਬਰਾਤੀ। ਰਾਮ ਰਾਏ ਸਿਉ ਭਾਵਰ ਲੈਹੋ ਆਤਮ ਤਿਹ ਰੰਗ ਰਾਤੀ। ਰਾਮ ਰਾਏ ਸਿਉ ਭਾਵਰ ਲੈਹੋ। ਭਾਵਰ ਕਹਿੰਦੇ ਨੇ ਲਾਵਾਂ ਨੂੰ, ਭਵਾਂਟਣੀਆਂ ਨੂੰ, ਫੇਰਿਆਂ ਨੂੰ ਕਹਿੰਦੇ ਨੇ। ਰਾਮ ਰਾਏ ਸਿਉ ਭਾਵਰ ਲੈਹੋ ਅਰਥਾਤ ਕਿ ਮੈਂ ਇੱਕ ਜੀਵ ਰੂਪੀ ਇਸਤਰੀ ਉਸ ਰਾਮ ਰਾਏ ਦੇ ਨਾਲ ਭਾਵਰ ਅਰਥਾਤ ਫੇਰੇ ਲੈਣੇ ਕਰਦੀ ਹਾਂ। ਅਤੇ ਮਹਾਰਾਜ ਕਹਿੰਦੇ ਆਤਮ ਤੇ ਰੰਗ ਰਾਤੀ ਅਰਥਾਤ ਕਿ ਹੁਣ ਮੇਰੀ ਆਤਮਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਰੰਗ 'ਚ ਰੰਗੀ ਹੀ ਰਹਿੰਦੀ ਹੈ। ਜਿਵੇਂ ਇਸਤਰੀ ਦਾ ਲਾਵਾਂ ਤੋਂ ਉਪਰੰਤ ਆਪਣੇ ਪਤੀ ਦੇ ਨਾਲ ਪ੍ਰੇਮ ਪੈ ਜਾਂਦਾ ਹੈ ਨਾ, ਜਿਵੇਂ ਕਬੀਰ ਜੀ ਵੀ ਕਹਿੰਦੇ ਨੇ ਰਾਮ ਰਾਏ ਸਿਉ ਭਾਵਰ ਲੈਹੋ ਆਤਮ ਤੇ ਰੰਗ ਰਾਤੀ। ਭਾਵ ਕਿ ਹੁਣ ਮੈਂ ਉਸਦੇ ਪ੍ਰੇਮ ਦੇ ਵਿੱਚ ਮਗਨ ਹੀ ਰਹਿੰਦੀ ਹਾਂ। ਸੋ ਅੱਗੋਂ ਰਹਾਉ ਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਨ ਲੱਗੇ ਨੇ, ਕਹਿੰਦੇ ਗਾਓ ਗਾਓ ਰੀ ਦੁਲਹਨ ਮੰਗਲ ਚਾਰਾ ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ। ਰਹਾਉ। ਗਾਓ ਗਾਓ ਰੀ ਦੁਲਹਨੀ ਮੰਗਲ ਚਾਰਾ। ਦੁਲਹਨੀ ਤੋਂ ਭਾਵ ਇੱਥੇ ਸੁਹਾਗਣਾ ਨੇ। ਜਿਵੇਂ ਵਿਆਹ ਕਾਰਜ ਦੇ ਵਿੱਚ 7 ਸੁਹਾਗਣਾਂ ਦੀ ਪ੍ਰਧਾਨਤਾ ਰਹਿੰਦੀ ਨਾ, ਸਾਰੇ ਕਾਰਜ ਉਹ ਪ੍ਰਾਰੰਭ ਕਰਦੀਆਂ ਨੇ, ਅੱਗੇ ਹੋ ਕੇ ਨਿਭਾਉਂਦੀਆਂ ਨੇ।
ਉਵੇਂ ਇੱਥੇ ਦੁਲਹਨ ਤੋਂ ਭਾਵ ਸੁਹਾਗਣਾ ਤੋਂ ਭਾਵ ਉਹ ਸਤਸੰਗੀ ਜਨ ਗੁਰਮੁਖ ਗੁਰੂ ਪਿਆਰੇ ਜਿਨ੍ਹਾਂ ਨੇ ਪਤੀ ਪਰਮੇਸ਼ਰ ਵਾਹਿਗੁਰੂ ਦੇ ਵਸਲ ਨੂੰ ਮਾਣਿਆ ਹੈ। ਸੋ ਮਹਾਰਾਜ ਕਹਿੰਦੇ ਗਾਓ ਗਾਓ ਰੀ ਦੁਲਹਨੀ ਮੰਗਲ ਚਾਰਾ, ਅਰਥਾਤ ਕਿ ਗਾਉਣਾ ਕਰੋ ਹੇ ਦੁਲਹਨ ਹੇ ਸੁਹਾਗਣ, ਤੁਸੀਂ ਹੁਣ ਮੰਗਲ ਚਾਰਾ ਅਰਥਾਤ ਖੁਸ਼ੀ ਦਾ ਗੀਤ ਗਾਉਣਾ ਕਰੋ। ਜਿਵੇਂ ਵਿਆਹਾਂ ਦੇ ਵਿੱਚ ਘੋੜੀਆਂ ਸੁਹਾਗਾਤ ਗਾਏ ਜਾਂਦੇ ਸਨ, ਭਾਵ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਦਾ ਗੀਤ ਗਾਉਣਾ ਕਰੋ। ਪਤੀ ਪਰਮੇਸ਼ਰ ਵਾਹਿਗੁਰੂ ਮੈਨੂੰ ਵਿਆਹੁਣ ਆਇਆ, ਕਿਉਂਕਿ ਮਹਾਰਾਜ ਕਹਿੰਦੇ ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ ਰਹਾਉ। ਪਤਾਰਾ ਕਹਿੰਦੇ ਨੇ ਪਤਾਰ ਨੂੰ, ਪਤੀ ਨੂੰ। ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ। ਆਮ ਤੌਰ 'ਤੇ ਗ੍ਰਹਿ ਸ਼ਬਦ ਨੂੰ ਆਪਾਂ ਗ੍ਰਹਿ ਪੜ੍ਹਦੇ ਹਾਂ। ਜੇ ਸਿਹਾਰੀ ਹਾਹੇ ਨੂੰ ਲੱਗੀ ਹੋਏ ਫਿਰ ਗ੍ਰਹਿ ਬਣਦਾ, ਜੇ ਸਿਹਾਰੀ ਗੱਗੇ ਨੂੰ ਲੱਗੀ ਹੋਏ ਪੈਰ ਵਾਲੇ ਰਾਰੇ ਨੂੰ ਜਾ ਕੇ ਬੋਲੇਗੀ ਗ੍ਰਹਿ। ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ, ਅਰਥਾਤ ਕਿ ਮੇਰੇ ਹਿਰਦੇ ਰੂਪੀ ਘਰ ਦੇ ਵਿੱਚ ਭਾਈ ਅੱਜ ਉਹ ਰਾਜਾ ਰਾਮ ਅਰਥਾਤ ਅਕਾਲ ਪੁਰਖ ਵਾਹਿਗੁਰੂ ਮੇਰਾ ਪਤਾਰ ਅਰਥਾਤ ਪਤੀ ਬਣ ਕੇ ਆਇਆ ਹੈ। ਜ਼ਿਕਰਯੋਗ ਹੈ ਕਿ ਜਿਵੇਂ ਕਿਸੇ ਵਿਆਹ ਕਾਰਜ ਦੇ ਦੌਰਾਨ ਬਰਾਤ ਦੇ ਆਗਮਨ ਤੇ ਲੜਕੀ ਦੇ ਕਬੀਲੇ ਦੀਆਂ ਸਾਰੀਆਂ ਸੁਹਾਗਣਾਂ ਇਕੱਤਰ ਹੋ ਕੇ ਖੁਸ਼ੀ ਦਾ ਗੀਤ ਗਾਇਆ ਕਰਦੀਆਂ ਸਨ, ਠੀਕ ਉਵੇਂ ਹੀ ਇਸ ਮਹਾਨੰਦ ਕਾਰਜ ਦੇ ਦੌਰਾਨ ਵੀ ਕਬੀਰ ਪਾਤਸ਼ਾਹ ਗੁਰਮੁਖਾਂ ਰੂਪੀ ਸੁਹਾਗਣਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਦਾ ਗੀਤ ਗਾਉਣ ਦੀ ਤਾਕੀਦ ਕਰਦੇ ਹਨ। ਕਹਿੰਦੇ ਗਾਓ ਗਾਓ ਰੀ ਦੁਲਹਨੀ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ ਰਹਾਉ। ਸੋ ਵਿਸ਼ਰਾਮ ਦੇ ਕੇ ਅੱਗੋਂ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਨ ਲੱਗੇ ਨੇ। ਕਹਿੰਦੇ ਨਾਭ ਕਮਲ ਮਹਿ ਬੇਦੀ ਰਾਚਲੇ ਬ੍ਰਹਮ ਗਿਆਨ ਉਚਾਰਾ, ਰਾਮ ਰਾਏ ਸੋ ਦੁਲਹੁ ਪਾਇਓ ਆਸ ਬੜ ਭਾਗ ਹਮਾਰਾ। ਨਾਭ ਕਮਲ ਮਹਿ ਬੇਦੀ ਰਚਲੇ ਬ੍ਰਹਮ ਗਿਆਨ ਉਚਾਰਾ। ਬੇਦੀ ਤੋਂ ਭਾਵ ਜੱਗ ਅਥਵਾ ਵਿਆਹ ਕਾਰਜ ਆਦਿ ਦੇ ਲਈ ਰਚਿਆ ਹੋਇਆ ਮੰਡਪ ਅਥਵਾ ਹਵਨ ਕੁੰਡ ਆਦਿ। ਸੋ ਨਾਭ ਕਮਲ ਮੈਂ ਬੇਦੀ ਰਚਲੇ, ਅਰਥਾਤ ਕਿ ਨਾਭੀ ਕਮਲ ਅਥਵਾ ਸਵਾਦਿਸ਼ਟਾਨ ਚੱਕਰ ਨੂੰ ਹੀ ਮੈਂ ਇਸ ਮਹਾਨੰਦ ਕਾਰਜ ਦੇ ਲਈ ਬੇਦੀ ਅਥਵਾ ਹਵਨ ਕੁੰਡ ਬਣਾਉਣਾ ਕੀਤਾ। ਜ਼ਿਕਰਯੋਗ ਹੈ ਕਿ ਜੋ ਕੁਝ ਵੀ ਅਸੀਂ ਭੋਜਨ ਪ੍ਰਸ਼ਾਦਾ ਆਦਿ ਛਕਦੇ ਹਾਂ ਸਾਡੇ ਮਿਹਦੇ ਦੇ ਵਿੱਚ ਠਹਿਰਨ ਕਰਕੇ ਨਾਭ ਕਮਲ ਦੇ ਵਿੱਚ ਲੋੜੀਂਦੀ ਤਪਸ਼ ਪੈਦਾ ਕਰਦਾ ਹੈ। ਇਹੀ ਕਾਰਨ ਹੈ ਕਿ ਜੀਵ ਔਰ ਈਸ਼ ਦੇ ਮਿਲਾਪ ਦੇ ਦੌਰਾਨ ਸਾਡਾ ਨਾਭੀ ਕਮਲ ਵੇਦੀ ਦਾ ਕੰਮ ਕਰਦਾ ਹੈ। ਸੋ ਤਾਜ ਮਹਾਰਾਜ ਕਹਿੰਦੇ ਨੇ ਨਾਭ ਕਮਲ ਮੈਂ ਵੇਦੀ ਰਚਲਾ ਬ੍ਰਹਮ ਗਿਆਨ ਉਚਾਰਾ। ਬ੍ਰਹਮ ਗਿਆਨ ਉਚਾਰਾ ਅਰਥਾਤ ਕਿ ਬ੍ਰਹਮ ਗਿਆਨ ਦਾ ਉਚਾਰਨ ਹੀ ਅਸਲ ਦੇ ਵਿੱਚ ਇਸ ਮਹਾਨੰਦ ਕਾਰਜ ਦੇ ਦੌਰਾਨ ਉਚਾਰਨ ਕੀਤੇ ਜਾਣ ਵਾਲੇ ਵੇਦਾਂ ਦੇ ਮੰਤਰ ਹਨ। ਸੋ ਮਹਾਰਾਜ ਕਹਿੰਦੇ ਨਾਭ ਕਮਲ ਮਹਿ ਬੇਦੀ ਰਚਲੇ ਬ੍ਰਹਮ ਗਿਆਨ ਉਚਾਰਾ, ਰਾਮ ਰਾਏ ਸੋ ਦੁਲਹੁ ਪਾਇਓ ਆਸ ਬੜ ਭਾਗ ਹਮਾਰਾ। ਰਾਮ ਰਾਏ ਸੋ ਦੁਲਹੁ ਪਾਇਓ, ਅਰਥਾਤ ਕਿ ਉਸ ਰਾਮ ਰਾਜੇ ਨੂੰ ਅਸੀਂ ਦੁੱਲੇ ਅਰਥਾਤ ਪਤੀ ਪਰਮੇਸ਼ਰ ਦੇ ਰੂਪ 'ਚ ਪਾਉਣਾ ਕੀਤਾ ਭਾਈ। ਅਤੇ ਮਹਾਰਾਜ ਕਹਿੰਦੇ ਆਸ ਬੜ ਭਾਗ ਹਮਾਰਾ, ਅਰਥਾਤ ਕਿ ਇਸ ਤਰੀਕੇ ਦੇ ਨਾਲ ਸਾਡਾ ਭਾਗ ਇੰਨਾ ਜ਼ਿਆਦਾ ਵੱਡਾ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਮੈਨੂੰ ਪਤੀ ਦੇ ਰੂਪ 'ਚ ਮਿਲਿਆ। ਪਾਤਸ਼ਾਹ ਕਹਿੰਦੇ ਸੋ ਅੱਗੋਂ ਅੰਤਮ ਤੀਸਰੇ ਪਦੇ 'ਚ ਮਹਾਰਾਜ ਕਿਰਪਾ ਕਰਨ ਲੱਗੇ ਨੇ ਆਪਣੇ ਬਚਨ ਦੇ। ਕਹਿੰਦੇ ਸੁਰ ਨਰ ਮੋਨ ਜਨ ਕੌਤਕ ਆਏ ਕੋਟ 33 ਉਜਾਨਾ, ਕਹਿ ਕਬੀਰ ਮੋਹ ਵਿਆਹ ਚੱਲੇ ਹੈ ਪੁਰਖ ਏਕ ਭਗਵਾਨਾ। ਸੁਰ ਨਰ ਮੋਨ ਜਨ ਕੌਤਕ ਆਏ, ਅਰਥਾਤ ਕਿ ਸੁਰੀ ਨਰ ਅਥਵਾ ਮੁਨੀ ਜਨ ਆਦਿ ਸਾਰੀਆਂ ਮਹਾਨ ਹਸਤੀਆਂ ਮੇਰੇ ਇਸ ਵਿਲੱਖਣ ਵਿਆਹ ਵਾਲੇ ਅਲੌਕਿਕ ਕੌਤਕ ਨੂੰ ਦੇਖਣ ਦੇ ਲਈ, ਅਚੰਭੇ ਨੂੰ ਦੇਖਣ ਦੇ ਲਈ ਮਹਾਰਾਜ ਕਹਿੰਦੇ ਆਏ ਨੇ। ਅਤੇ ਕੋਟ 33 ਉਜਾਨਾ, ਅਰਥਾਤ ਕਿ ਸਾਰੇ ਦੇ ਸਾਰੇ 33 ਕਰੋੜ ਦੇਵਤੇ ਵੀ ਆਪੋ ਆਪਣੇ ਉਜਾਨਾ ਅਰਥਾਤ ਉਡਣ ਖਟੋਲਿਆਂ 'ਤੇ ਸਵਾਰ ਹੋ ਕੇ ਇਸ ਮਹਾਨ ਕਾਰਜ ਨੂੰ ਦੇਖਣ ਦੇ ਲਈ ਭਾਈ ਆਏ ਨੇ। ਕਹਿੰਦੇ ਸੁਰ ਨਰ ਮੁਨ ਜਨ ਕੌਤਕ ਆਏ ਕੋਟ 33 ਉਜਾਨਾ, ਕਹਿ ਕਬੀਰ ਮੋਹ ਵਿਆਹ ਚੱਲੇ ਹੈ ਪੁਰਖ ਏਕ ਭਗਵਾਨਾ। ਕਹਿ ਕਬੀਰ ਮੋਹ ਵਿਆਹ ਚੱਲੇ ਹੈ ਪੁਰਖ ਏਕ ਭਗਵਾਨਾ, ਅਰਥਾਤ ਕਿ ਕਹਿੰਦੇ ਹਨ ਕਬੀਰ ਪਾਤਸ਼ਾਹ ਕਿ ਜੋ ਕੇਵਲ ਤੇ ਕੇਵਲ ਇੱਕੋ ਇੱਕ ਹੀ ਭਗਵਾਨ ਪੁਰਖ ਅਕਾਲ ਪੁਰਖ ਵਾਹਿਗੁਰੂ ਹੈ ਨਾ,
ਉਹ ਮੈਨੂੰ ਵਿਆਹ ਕੇ ਲੈ ਚੱਲੇ ਨੇ, ਭਾਵ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕਰਕੇ ਮੈਨੂੰ ਆਪਣੇ ਵਿੱਚ ਹੀ ਅਭੇਦ ਕਰ ਲਿਆ ਹੁਣ। ਸੋ ਮਹਾਰਾਜ ਕਹਿੰਦੇ ਸੁਰ ਨਰ ਮੁਨ ਜਨ ਕੌਤਕ ਆਏ, ਕੋਟ 33 ਸਿਉ ਜਾਨਾ। ਕਹਿ ਕਬੀਰ ਮਹ ਵਿਆਹੇ ਚੱਲੇ ਹੈ, ਪੁਰਖ ਏਕ ਭਗਵਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।